ਵਾਹਿਗੁਰੂ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਬੇਕ ਸਾਂ ਰਾਯਾਰ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਕਿਰਪਾਲਤਾ ਦਇਆਲਤਾ ਦਾ ਸਦਕਾ ਅੱਜ ਸਾਧ ਸੰਗਤ ਜੀ ਆਪਾਂ ਪਰਉਪਕਾਰੀ ਸਤਿਗੁਰੂ ਦਸ਼ਮੇਸ਼ ਪਿਤਾ, ਅੰਮ੍ਰਿਤ ਦੇ ਦਾਤੇ, ਪੰਥ ਕੇ ਵਾਲੀ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰਾਂ ਦਾ ਜ਼ਿਕਰ ਕਰਾਂਗੇ। ਗੁਰੂ ਸਾਹਿਬ ਜੀ ਦੇ ਗੁਣ ਗਾਵਾਂਗੇ। ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਹ ਦਾ ਮਹੀਨਾ ਆਰੰਭ ਹੋਇਆ ਹੈ। ਇਸ ਪੋਹ ਦੇ ਮਹੀਨੇ ਦੇ ਵਿੱਚ ਹੀ ਦਸ਼ਮੇਸ਼ ਪਿਤਾ ਜੀ ਨੇ ਪ੍ਰਕਾਸ਼ ਧਾਰਿਆ। ਈਸਵੀ ਸਨ 1666 ਤੇ 22 ਦਸੰਬਰ, ਬਿਕਰਮੀ ਸੰਮਤ 1723 ਔਰ 23 ਪੋਹ ਨੂੰ ਕਲਗੀਧਰ ਪਾਤਸ਼ਾਹ ਜੀ ਪ੍ਰਗਟ ਹੋਏ। ਪੋਹ ਸੁਦੀ 7ਵੀਂ ਵਾਲੇ ਦਿਨ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਕੱਲ੍ਹ ਸ੍ਰੀ ਤਖਤ ਸਾਹਿਬ ਵਾਲਾ ਸਥਾਨ ਹੈ, ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਧੰਨ ਧੰਨ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਗੁਜਰੀ ਜੀ, ਤਿਨਾਂ ਦੇ ਗ੍ਰਹਿ ਵਿਖੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਹੋਏ। ਦਸ਼ਮੇਸ਼ ਪਿਤਾ ਜੀ ਨੇ ਆਪਣੇ ਸੰਸਾਰ ਵਿੱਚ ਆਉਣ ਦਾ ਕਾਰਨ ਆਪਣੀ ਰਸਨਾ ਤੋਂ ਆਪ ਦੱਸਿਆ ਹੈ। ਮਹਾਰਾਜ ਕਹਿੰਦੇ ਹਨ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕਉ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੇਹੋ ਸਾਧੂ ਸਭ ਮਨਮੰ। ਮਹਾਰਾਜ ਕਹਿੰਦੇ ਅਸੀਂ ਸੰਸਾਰ ਵਿੱਚ ਕਿਉਂ ਆਏ? ਧਰਮ ਚਲਾਉਣ ਵਾਸਤੇ ਔਰ ਸੰਤਾਂ ਨੂੰ ਉਬਾਰਨ ਵਾਸਤੇ ਤੇ ਦੁਸ਼ਟਾਂ ਨੂੰ ਜੜੋਂ ਪੁੱਟਣ ਵਾਸਤੇ, ਦੁਸ਼ਟਾਂ ਨੂੰ ਸੰਘਾਰਨ ਵਾਸਤੇ। ਮਹਾਰਾਜ ਕਹਿੰਦੇ ਇਹੀ ਕਾਰਨ ਹੈ ਸਾਡਾ ਸੰਸਾਰ ਵਿੱਚ ਆਉਣ ਦਾ, ਹੋਰ ਕੋਈ ਕਾਰਨ ਨਹੀਂ ਹੈ। ਦੀਨਨ ਕੀ ਰੱਛਾ ਨਿਮਿਤ ਕਰ ਹੈ ਆਪ ਉਪਾਏ, ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ। ਆਪ ਪ੍ਰਗਟ ਹੈ ਆਏ ਦੀਨ ਰੱਛਾ ਕੇ ਕਾਰਨ, ਅਵਤਾਰੀ ਸਾਵਤਾਰ ਧਰਾ ਕੇ ਭਾਰ ਉਤਾਰਨ। ਜਦੋਂ ਜਦੋਂ ਧਰਤੀ ਤੇ ਪਾਪ ਦਾ ਵਰਤਾਰਾ ਵਰਤਦਾ ਹੈ ਤੇ ਧਰਤੀ ਦੇ ਪਾਪ ਨੂੰ ਲਾਉਣ ਵਾਸਤੇ ਅਵਤਾਰੀ ਪੁਰਸ਼ ਆਉਂਦੇ ਹਨ। ਜਬ ਜਬ ਹੋਤ ਅਰਿਸ਼ਟ ਸੰਸਾਰਾ, ਤਬ ਤਬ ਦੇਹ ਧਰਤੇ ਅਵਤਾਰਾ। ਕਲਗੀਧਰ ਪਾਤਸ਼ਾਹ ਨੇ ਆਪ ਫਰਮਾਇਆ ਵੀ ਜਦੋਂ ਜਦੋਂ ਸੰਸਾਰ ਵਿੱਚ ਪਾਪ ਬਹੁਤਾ ਵੱਧ ਜਾਂਦਾ ਹੈ, ਉਸ ਸਮੇਂ ਫਿਰ ਅਵਤਾਰੀ ਮਹਾਂਪੁਰਖ ਸੰਸਾਰ ਵਿੱਚ
ਸਮੇਂ ਸਮੇਂ ਨਾਲ ਆਉਂਦੇ ਹਨ ਸੰਸਾਰ ਦਾ ਭਲਾ ਕਰਨ ਵਾਸਤੇ। ਔਰ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਵੀ ਇਹ ਪੋਹ ਦੇ ਮਹੀਨੇ ਵਿੱਚ ਧਾਰਿਆ। ਔਰ ਇਸ ਪੋਹ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੀਆਂ ਮਹਾਨ ਕੁਰਬਾਨੀਆਂ, ਇਹ ਜਿਹੜਾ ਪੋਹ ਦਾ ਮਹੀਨਾ ਹੈ ਇਹਦੇ ਨਾਲ ਸਿੱਖ ਜਗਤ ਦਾ ਤੇ ਬਹੁਤਾ ਗੂੜਾ ਰਿਸ਼ਤਾ ਹੈ। ਜਿੱਥੇ ਦਸ਼ਮੇਸ਼ ਪਾਤਸ਼ਾਹੀ ਨੇ ਪ੍ਰਕਾਸ਼ ਧਾਰਿਆ, ਉੱਥੇ ਇਸੇ ਮਹੀਨੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮਹਾਨ ਕੁਰਬਾਨੀਆਂ ਕੀਤੀਆਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਛੱਡਣਾ, ਗੁਰੂ ਕੇ ਸਿੰਘ ਸ਼ਹੀਦ ਹੋਣੇ, ਸਾਹਿਬਜ਼ਾਦੇ ਸ਼ਹੀਦ ਹੋਣੇ, ਮਾਤਾ ਜੀ ਦੀ ਸ਼ਹਾਦਤ ਇਸੇ ਪੋਹ ਦੇ ਮਹੀਨੇ ਦੇ ਵਿੱਚ ਹੋਣੀ। ਇਹ ਆਪਾਂ ਇਤਿਹਾਸ ਦੀ ਵਿਚਾਰ ਸਾਂਝੀ ਕਰਾਂਗੇ। ਕਿਸੇ ਮਹਾਂਪੁਰਖ ਗੁਰਮੁਖ ਪਿਆਰੇ ਨੇ ਇਹ ਬਚਨ ਕਿਹਾ ਹੈ, ਜਨਨੀ ਜਨੈ ਤਾ ਸੂਰਮਾ, ਕਹਿ ਦਾਤਾ ਕਹਿ ਸੂਰ। ਜਨਨੀ ਜਨੈ ਤਾ ਭਗਤ ਜਨ, ਕਹਿ ਦਾਤਾ ਕਹਿ ਸੂਰ। ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੇ ਨੂਰ। ਜਨਨੀ ਕਹਿੰਦੇ ਮਾਂ ਨੂੰ, ਮਾਤਾ ਨੂੰ, ਕਿ ਹੇ ਮਾਂ, ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਪੁੱਤਰ ਜਾਂ ਸੂਰਮਾ ਹੋਵੇ, ਜਾਂ ਦਾਤਾ ਹੋਵੇ, ਤੇ ਜਾਂ ਭਗਤ ਹੋਵੇ, ਇਹਨਾਂ ਤਿੰਨਾਂ ਗੁਣਾਂ ਵਿੱਚੋਂ ਕੋਈ ਨਾ ਕੋਈ ਗੁਣ ਤੇਰੇ ਪੁੱਤਰ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਨਹੀਂ ਤਾਂ ਕਾਹਦੇ ਵਾਸਤੇ ਐਵੇਂ ਨੂਰ ਗਵਾਉਣਾ ਹੈ, ਐਵੇਂ ਜਵਾਨੀ ਗਵਾਉਣੀ ਹੈ। ਇਹ ਤਿੰਨਾਂ ਗੁਣਾਂ ਦਾ ਜ਼ਿਕਰ ਹੋਇਆ ਹੈ। ਸੰਸਾਰ ਦੇ ਵਿੱਚ ਕਈ ਭਗਤ ਹੋਏ ਹਨ ਜਿਨ੍ਹਾਂ ਨੇ ਭਗਤੀ ਕੀਤੀ ਹੈ, ਕਈ ਸੂਰਮੇ ਹੋਏ ਹਨ ਜਿਨ੍ਹਾਂ ਨੇ ਸੂਰਮਗਤੀ ਦੇ ਕੋਈ ਕਾਰਨਾਮੇ ਕੀਤੇ ਹਨ, ਤੇ ਕਈ ਦਾਨੀ ਹੋਏ ਹਨ ਜਿਨ੍ਹਾਂ ਨੇ ਕੋਈ ਦਾਨ ਕੀਤਾ ਹੈ। ਪਰ ਜਦੋਂ ਅਸੀਂ ਦਸ਼ਮੇਸ਼ ਪਿਤਾ ਜੀ ਦਾ ਇਤਿਹਾਸ ਪੜ੍ਹਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗਾ ਨਾ ਤੇ ਕੋਈ ਭਗਤ ਹੈ, ਤੇ ਨਾ ਕੋਈ ਦਾਨੀ ਹੈ, ਤੇ ਨਾ ਕੋਈ ਸੂਰਮਾ ਹੈ। ਇਹ ਤਿੰਨੇ ਗੁਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਲਬਾਲਬ ਭਰੇ ਹੋਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਭਗਤੀ ਵੀ ਕੈਸੀ ਹੈ। ਉਸ ਭਗਤੀ ਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਆਪ ਕੀਤਾ ਹੈ ਕਿ ਅਵਤਾਰ ਧਾਰਨ ਤੋਂ ਪਹਿਲਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਅਸੀਂ ਹੇਮਕੁੰਡ ਸਾਹਿਬ ਦੇ ਅਸਥਾਨ ਤੇ ਮਹਾਨ ਭਗਤੀ ਕੀਤੀ। ਆਪਣੀ ਬਾਣੀ ਵਿੱਚ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਕਿ ਅਸੀਂ ਮਹਾਨ ਤਪ ਕੀਤਾ, ਔਰ ਤਪ ਕਰਦਿਆਂ ਹੋਇਆਂ ਪ੍ਰਭੂ ਦੇ ਨਾਲ ਇੱਕਮਿਕ ਹੋ ਗਏ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਦ ਮੋਹਿ ਆਨੋ। हेमकुंट पर्वत है जहाँ, सप्त श्रृंग शोभित है तहाँ। सप्त श्रृंग तेह नाम कहावा, पांडुराज जह जोग कमावा। तह हम अधिक तपस्या साधी, महाकाल काल का आराधी। एह विद करत तपस्या भयो, द्वैते एक रूप होए गयो। महाराज कहते लम्मा समा असीं महाकाल ਦੀ ਆਰਾਧਨਾ ਦੇ ਵਿੱਚ ਰਹੇ। ਪਰਮੇਸ਼ਰ ਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕਾਲ ਵੀ ਆਖਿਆ ਹੈ, ਅਕਾਲ ਵੀ ਆਖਿਆ ਹੈ, ਮਹਾਕਾਲ ਵੀ ਆਖਿਆ ਹੈ। ਜਿਵੇਂ ਮੂਲ ਮੰਤਰ ਵਿੱਚ ਅਕਾਲ ਮੂਰਤ ਆਖਿਆ ਹੈ ਮਹਾਰਾਜ ਸਾਹਿਬ ਜੀ ਨੇ। ਤੋ ਗਰੀਬ ਨਵਾਜ ਸਾਹਿਬ ਕਹਿੰਦੇ ਉਸ ਪ੍ਰਭੂ ਦੀ ਆਰਾਧਨਾ ਕੀਤੀ। ਕਈ ਵਾਰੀ ਇਹ ਭੁਲੇਖਾ ਵੀ ਪਾਇਆ ਜਾਂਦਾ ਹੈ ਵੀ ਵੇਖੋ ਜੀ ਇੱਥੇ ਤੇ ਮਹਾਕਾਲ ਕਾਲ ਕਾ ਆਰਾਧੀ ਆ ਗਿਆ, ਵੀ ਕੋਈ ਕਾਲ ਕਾ ਆਰਾਧੀ ਹੋਣੀ, ਕੋਈ ਦੇਵੀ ਆਰਾਧੀ ਹੋਣੀ ਹੈ, ਪਰ ਕੋਈ ਦੇਵੀ ਨਹੀਂ ਆਰਾਧੀ। ਮਹਾਰਾਜ ਕਹਿੰਦੇ ਕਾਲ ਦਾ ਜੋ ਮਹਾਕਾਲ ਹੈ ਉਸ ਦੇ ਅਸੀਂ ਆਰਾਧੀ ਹੋਏ। ਆਰਾਧੀ ਤੋਂ ਭਾਵ ਆਰਾਧਨਾ ਕਰਨ ਵਾਲਾ। ਜਿਵੇਂ ਕੋਈ ਪਾਠ ਕਰਦਾ ਹੈ ਉਸ ਨੂੰ ਪਾਠੀ ਆਖਿਆ ਜਾਂਦਾ ਹੈ, ਜਿਵੇਂ ਕੋਈ ਕਥਾ ਕਰਦਾ ਹੈ ਉਸ ਨੂੰ ਕਥਾਕਾਰ ਜਾਂ ਗਿਆਨੀ ਜਾਂ ਕਥਾਵਾਚਕ ਆਖਿਆ ਜਾਂਦਾ, ਜਿਵੇਂ ਕੋਈ ਕੀਰਤਨ ਕਰਦਾ ਹੈ ਉਸ ਨੂੰ ਕੀਰਤਨੀਆ ਆਖਿਆ ਜਾਂਦਾ। ਇਸੇ ਤਰ੍ਹਾਂ
ਜੇ ਕੋਈ ਹੋਰ ਕਾਰਜ ਕਰੇ, ਕੋਈ ਖੇਤੀਬਾੜੀ ਕਰੇ, ਉਹਨੂੰ ਕਿਰਸਾਨ ਆਖਿਆ ਜਾਂਦਾ ਹੈ। ਜਿਹੋ ਜਿਹਾ ਕੋਈ ਕੰਮ ਕਰੇ ਉਸ ਤਰੀਕੇ ਦਾ ਨਾਮ ਪੈਂਦਾ ਹੈ। ਤੇ ਜਿਹੜਾ ਆਰਾਧਨਾ ਕਰੇ ਉਹਨੂੰ ਆਰਾਧੀ ਆਖਿਆ ਜਾਂਦਾ ਹੈ। ਗਰੀਬ ਨਵਾਜ ਸਾਹਿਬ ਕਹਿੰਦੇ ਮਹਾਕਾਲ ਕਾਲ ਕਾ ਆਰਾਧੀ। ਕਾਲ ਦਾ ਵੀ ਜੋ ਮਹਾਕਾਲ ਹੈ ਪਰਮੇਸ਼ਰ ਵਾਹਿਗੁਰੂ, ਉਹਦੀ ਅਸੀਂ ਆਰਾਧਨਾ ਕੀਤੀ, ਉਹਦੇ ਅਸੀਂ ਆਰਾਧਨ ਵਾਲੇ ਹੋਏ। ਹੋਰ ਕੋਈ ਦੇਵੀ ਨਹੀਂ ਆਰਾਧੀ। ਭਗਉਤੀ ਕੀ ਵਾਰ ਦੇ ਵਿੱਚ, ਜਿਹਨੂੰ ਚੰਡੀ ਦੀ ਵਾਰ ਵੀ ਆਖਿਆ ਜਾਂਦਾ ਹੈ, ਜਿਸ ਭਗਉਤੀ ਕੀ ਵਾਰ ਦੀ ਪਹਿਲੀ ਪੌੜੀ ਜੋ ਹੈ, ਸਾਰਾ ਸਿੱਖ ਜਗਤ ਜਦੋਂ ਅਰਦਾਸ ਕਰਦਾ ਹੈ ਤੇ ਅਰਦਾਸ ਦੀ ਜੋ ਪਹਿਲੀ ਪੌੜੀ ਹੈ, ਪਹਿਲਾ ਪਦਾ ਹੈ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਭਗਉਤੀ ਕੀ ਵਾਰ ਦੀ ਪਹਿਲੀ ਪੌੜੀ ਹੈ। ਇੱਕ ਓੰਕਾਰ ਤੋਂ ਲੈ ਕੇ ਸਭ ਥਾਈਂ ਹੋਏ ਸਹਾਏ ਤੱਕ ਅੱਗੇ ਖਾਲਸੇ ਪੰਥ ਨੇ ਅਰਦਾਸ ਬਣਾਈ ਲਿਖੀ ਹੈ। ਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਹਾਂ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਇੱਥੋਂ ਤੀਕ ਇਹ ਪਹਿਲੀ ਪੌੜੀ ਹੈ ਭਗਉਤੀ ਕੀ ਵਾਰ ਦੀ। ਤੇ ਇਦੋਂ ਅਗਲੀ ਪੌੜੀ ਜਿਹੜੀ ਦੂਸਰੀ ਪੌੜੀ, ਉਹਦੇ ਚ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ, ਪੌੜੀ ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰਿਓ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨੇ ਅੰਦਰ ਬਾਦ ਰਚਾਇਆ, ਤੈ ਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਇਹਦੇ ਵਿੱਚ ਆਇਆ ਹੈ ਕਿ ਤੈ ਹੀ ਦੁਰਗਾ ਸਾਜ ਕਹਿ, ਵੀ ਇਹ ਅਕਾਲ ਪੁਰਖ ਵਾਹਿਗੁਰੂ, ਇਹ ਦੁਰਗਾ ਵੀ ਤੂੰ ਹੀ ਸਾਜੀ ਹੋਈ ਹੈ, ਇਹ ਤੂੰ ਹੀ ਦੁਰਗਾ ਨੂੰ ਸਾਜ ਕਰਕੇ ਇਹਦੇ ਤੋਂ ਫਿਰ ਦੈਂਤਾਂ ਦਾ ਨਾਸ ਕਰਾਇਆ। ਜਿਸ ਨੇ ਦੁਰਗਾ ਨੂੰ ਸਾਜਿਆ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਉਸ ਦੇ ਆਰਾਧੀ ਹਾਂ। ਮਹਾਕਾਲ ਕਾਲ ਕਾ ਆਰਾਧੀ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਜਿਸ ਨੇ ਸਾਰੀ ਸ੍ਰਿਸ਼ਟੀ ਰੂਪੀ ਪ੍ਰਜਾ ਆਪ ਸਵਾਰੀ, ਉਹਦੀ ਅਸੀਂ ਆਰਾਧਨਾ ਕੀਤੀ। ਦੀ ਮਹਾਰਾਜ ਕਹਿੰਦੇ ਆਰਾਧਨਾ ਕਰਦਿਆਂ ਆ ਦੁਸ਼ਟ ਦਮਨ ਦੇ ਰੂਪ ਵਿੱਚ ਤੇ ਪ੍ਰਭੂ ਦੇ ਨਾਲ ਇੱਕ ਮਿਕ ਹੋ ਗਏ। ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹੋਇ ਗਇਓ। ਤੇ ਗਰੀਬ ਨਵਾਜ ਕਹਿੰਦੇ ਵੀ ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਸਾਡੀ ਸੁਰਤੀ ਪ੍ਰਭੂ ਚਰਨਾਂ 'ਚ ਚੁਭੀ ਹੋਈ ਸੀ, ਸਾਡਾ ਚਿਤ ਨਹੀਂ ਸੀ ਕਰਦਾ ਇੱਥੇ ਸੰਸਾਰ ਦੇ ਵਿੱਚ ਆਉਣ ਵਾਸਤੇ। ਤਾਂ ਮਹਾਰਾਜ ਸਾਹਿਬ ਕਹਿੰਦੇ ਫਿਰ ਪ੍ਰਭੂ ਨੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਪ੍ਰਭੂ ਨੇ ਵਾਹਿਗੁਰੂ ਨੇ ਇਹ ਕਹਿ ਕਰਕੇ ਸਾਨੂੰ ਭੇਜਿਆ ਵੀ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕਹੋ ਸਾਜਾ, ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਜੋ ਕਬੁੱਧੀ ਦੇ ਵਿੱਚ ਪਏ ਹੋਏ ਸੰਸਾਰ ਦੇ ਲੋਕ, ਖੋਟੇ ਕਰਮਾਂ ਵਿੱਚ ਪਏ ਹੋਏ ਹਨ, ਉਹਨਾਂ ਨੂੰ ਜਾ ਕਰਕੇ ਵਰਜੋ, ਰੋਕੋ, ਹਟਾਓ ਤੇ ਉਹਨਾਂ ਨੂੰ ਧਰਮ ਦੇ ਰਸਤੇ ਤੇ ਤੋਰੋ। ਤਾਂ ਮਹਾਰਾਜ ਕਹਿੰਦੇ ਅਸੀਂ ਤਾਂ ਸੰਸਾਰ ਵਿੱਚ ਆਏ ਹਾਂ ਧਰਮ ਚਲਾਉਣ ਵਾਸਤੇ, ਖਾਲਸੇ ਪੰਥ ਦੀ ਸਾਜਨਾ ਕਰਨ ਵਾਸਤੇ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਾਉਣ ਵਾਸਤੇ, ਔਰ ਦੁਸ਼ਟਾਂ ਨੂੰ ਸੰਘਾਰਨ ਵਾਸਤੇ ਤੇ ਸੰਤਾਂ ਨੂੰ ਉਬਾਰਨ ਵਾਸਤੇ। ਤੋ ਐਸਾ ਇਹ ਆਰਾਧਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਐਸਾ ਗਰੀਬ ਨਵਾਜ ਸਾਹਿਬ ਜੀ ਦੀ ਭਗਤੀ ਹੈ। ਭਗਤ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਹੋ ਸਕਦਾ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਬਚਪਨ ਦਾ ਕੁਝ ਸਮਾਂ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਬਤੀਤ ਹੋਇਆ, ਕਿਉਂਕਿ ਜੋ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਨਾਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਵਸਾਈ ਹੈ। ਜਦੋਂ ਗੁਰਿਆਈ ਦੇ ਤਖਤ ਤੇ ਸੋਭਨੀਕ ਹੋਏ ਮਹਾਰਾਜ,
1721 ਬਿਕਰਮੀ ਸੰਮਤ ਨੂੰ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ 5 ਪੈਸੇ ਨਾਲੀਏ ਰੱਖ ਕਰਕੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਆਪ ਜੀ ਨੂੰ ਗੁਰਿਆਈ ਦਿੱਤੀ ਧਿਆਨ ਧਰ ਕੇ, ਤੇ ਸੰਗਤ ਨੂੰ ਕਹਿ ਦਿੱਤਾ ਸੀ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਕਿ ਨਾਵੇਂ ਪਾਤਸ਼ਾਹ ਬਕਾਲੇ ਨਗਰ ਦੇ ਵਿੱਚ ਬਾਬਾ ਬਕਾਲੇ ਹੈ। ਤੇ ਫਿਰ 1 ਸਾਲ ਬਾਅਦ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ। 1 ਸਾਲ ਜਿਹੜਾ ਹੈ ਉਹ ਉੱਥੇ 22 ਮੰਜੀਆਂ ਲੱਗੀਆਂ ਰਹੀਆਂ। ਫਿਰ ਮੱਖਣ ਸ਼ਾਹ ਲਬਾਣੇ ਨੇ ਆਉਣਾ ਤੇ ਮਹਾਰਾਜ ਸਾਹਿਬ ਜੀ ਨੇ 1722 ਬਿਕਰਮੀ ਸੰਮਤ ਦੇ ਵਿੱਚ ਪ੍ਰਗਟ ਹੋਣਾ। ਆਪ ਜੀ ਨੂੰ ਗੁਰਿਆਈ ਦਾ ਤਿਲਕ ਲੱਗਣਾ। ਉੱਥੋਂ ਫਿਰ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਤੋਂ ਪਰਿਵਾਰ ਸਮੇਤ ਜਿਵੇਂ ਅੰਮ੍ਰਿਤਸਰ ਸਾਹਿਬ ਜਾਂਦੇ ਹਨ, ਉੱਥੋਂ ਅੱਗੋਂ ਦਰਵਾਜ਼ੇ ਬੰਦ ਹੋ ਜਾਂਦੇ। ਜੋ ਉੱਥੋਂ ਦੇ ਮਸੰਦ ਸੀ ਉਸ ਵੇਲੇ ਦੇ ਪ੍ਰਬੰਧਕ, ਉਹਨਾਂ ਨੇ ਦਰਸ਼ਨ ਡਿਓੜੀ ਜਿੰਦਰਾ ਲਾ ਦਿੱਤਾ। ਦਰਬਾਰ ਸਾਹਿਬ ਦਰਵਾਜ਼ੇ ਬੰਦ ਕਰ ਦਿੱਤੇ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ ਹੈ, ਉੱਥੇ ਮਹਾਰਾਜ ਸਾਹਿਬ ਜੀ ਬੈਠੇ। ਉੱਥੇ ਕੁਝ ਮਾਈਆਂ ਆਈਆਂ, ਉਹਨਾਂ ਨੇ ਸੇਵਾ ਕੀਤੀ, ਕੁਝ ਸੰਗਤ ਆਈ। ਤੇ ਜਿਹੜੇ ਮਸੰਦ ਸੀ ਉਹਨਾਂ ਦੇ ਬਾਬਤ ਫਿਰ ਮਹਾਰਾਜ ਨੇ ਬਚਨ ਕੀਤਾ ਵੀ ਨਹੀਂ ਮਸੰਦ ਇਹ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਆਖਿਆ ਵੀ ਇਹ ਅੰਮ੍ਰਿਤ ਸਰੀਏ ਮਸੰਦ ਨਹੀਂ, ਇਹ ਅੰਮ੍ਰਿਤ ਦੇ ਸਰੋਵਰ ਦਰਬਾਰ ਸਾਹਿਬ ਦੇ ਵਿੱਚ ਰਹਿ ਕਰਕੇ ਵੀ ਇਹਨਾਂ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝੇ, ਇਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਨੇ ਸਾੜੇ ਹੋਏ ਆ। ਉਹ ਜਿਹੜਾ ਅੰਦਰ ਸੜੀਏ ਆਖਿਆ ਸੀ ਨਾ, ਉਹ ਸਿਰਫ ਉਹਨਾਂ ਮਸੰਦਾਂ ਵਾਸਤੇ ਇਹ ਅੱਖਰ ਵਰਤੇ ਸੀ ਮਹਾਰਾਜ ਨੇ, ਸਾਰੇ ਅੰਮ੍ਰਿਤਸਰ ਸਾਹਿਬ ਨਿਵਾਸੀਆਂ ਵਾਸਤੇ ਨਹੀਂ ਸਨ। ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਵੀ ਅੰਮ੍ਰਿਤਸਰੀਏ ਹੀ ਹਨ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੋਇਆ। ਫਿਰ ਉੱਥੋਂ ਚੱਲ ਕਰਕੇ ਮਹਾਰਾਜ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਆਉਣਾ। ਇੱਥੇ ਆ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜ਼ਮੀਨ ਮੁੱਲ ਖਰੀਦ ਕਰਕੇ ਇਹ 1722 ਬਿਕਰਮੀ ਦੇ ਅਖੀਰ ਦੇ ਵਿੱਚ ਤੇ 1723 ਬਿਕਰਮੀ ਦਾ ਆਰੰਭ, ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਨਗਰ ਵਸਾਇਆ ਸ੍ਰੀ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਨਗਰ। ਔਰ ਕਈਆਂ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਵੀ ਇਸ ਦਾ ਨਾਮ ਸਤਿਗੁਰੂ ਜੀ ਨੇ ਆਪਣੇ ਪੂਜਨੀਕ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ ਤੇ ਰੱਖਿਆ ਸੀ। ਗੁਰੂ ਜੀ ਦੇ ਮਾਤਾ ਜੀ ਦਾ ਨਾਮ ਹੈ ਮਾਤਾ ਨਾਨਕੀ, 9ਵੇਂ ਪਾਤਸ਼ਾਹ ਦੇ ਮਾਤਾ ਜੀ। ਪਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਸ ਦਾ ਨਾਮ ਅਨੰਦਪੁਰ ਸਾਹਿਬ ਹੀ ਆਇਆ ਹੈ। ਰਹੋ ਵਿਚਾਰ ਤੋ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਮਹੀਨੇ ਇੱਥੇ ਠਹਿਰ ਕਰਕੇ ਇਹ ਨਗਰ ਵਸਾ ਕਰਕੇ ਫਿਰ ਇੱਥੋਂ ਮਹਾਰਾਜ ਸਾਹਿਬ ਜੀ ਪੂਰਬ ਵੱਲ ਨੂੰ ਗਏ ਤੇ ਰਾਹ ਵਿੱਚ ਤ੍ਰਿਵੇਣੀ ਕੁਝ ਮਹੀਨੇ ਰੁਕੇ ਤੇ ਉੱਥੋਂ ਫਿਰ ਪਟਨਾ ਸਾਹਿਬ ਪਹੁੰਚੇ, ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਹੀ ਕੀਤਾ ਹੈ ਕਿ ਅਨੰਦਪੁਰ ਸਾਹਿਬ ਤੇ ਜਦੋਂ ਪਿਤਾ ਜੀ ਪੂਰਬ ਵੱਲ ਨੂੰ ਗਏ, ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਵੀ ਜਦੋਂ ਤ੍ਰਿਵੇਣੀ ਤੇ ਪਹੁੰਚੇ ਤੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਮਾਤਾ ਨਾਨਕੀ ਜੀ ਨੇ ਆਖਿਆ ਸੀ ਕਿ ਪੁੱਤਰ ਸਤਿਗੁਰੂ ਜੀ 9ਵੇਂ ਪਾਤਸ਼ਾਹ ਨੂੰ ਮਾਤਾ ਜੀ ਦੇ ਪੁੱਤਰ ਲੱਗਦੇ ਸਨ ਕਿ ਲਾਲ ਜੀ ਤੁਹਾਡੇ ਪਿਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੈਨੂੰ ਆਖਿਆ ਸੀ ਕਿ ਤੁਸੀਂ ਆਪਣੇ ਮਹਾਬਲੀ ਸੂਰਮੇ ਪੋਤਰੇ ਦੇ ਦਰਸ਼ਨ ਕਰੋਗੇ। ਤੇ ਉਹ ਦਰਸ਼ਨ ਕਦੋਂ ਹੋਣਗੇ ਪੋਤਰੇ ਦੇ? ਤੇ ਸਤਿਗੁਰੂ ਜੀ ਨੇ ਆਖਿਆ ਕਿ ਮਾਤਾ ਜੀ ਇੱਥੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਤੇ ਛੇਤੀ ਆਪ ਜੀ ਦੀ ਆਸਾ ਪੂਰੀ ਹੋਵੇਗੀ। ਉੱਥੇ ਗੁਰਬਾਣੀ ਦਾ ਜਾਪ ਵੀ ਹੋਇਆ, ਅਰਦਾਸ ਬੇਨਤੀ ਹੋਈ ਤੇ ਉੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸਾਡੇ ਪੂਜਨੀਕ ਮਾਤਾ ਗੁਜਰੀ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ। ਤੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਉੱਥੇ ਸਾਡਾ ਪ੍ਰਕਾਸ਼ ਹੋਇਆ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਤੇ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਨੇ ਫਿਰ ਅਵਤਾਰ ਧਾਰਿਆ, ਗਰੀਬ ਨਵਾਜ ਸਾਹਿਬ ਜੀ ਪ੍ਰਗਟ ਹੋਏ। ਪਰ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਕੇ ਤੇ ਆਪ ਰਾਜੇ ਰਾਮ ਸਿੰਘ ਦੇ ਨਾਲ, ਉਹਦਾ ਨਾਂ ਰਾਜਾ ਬਿਸ਼ਨ ਸਿੰਘ ਵੀ ਆਇਆ ਤੇ ਰਾਮ ਸਿੰਘ ਵੀ,
ਉਹਦੇ ਨਾਲ ਉਹਦੀ ਮਦਦ ਕਰਨ ਵਾਸਤੇ ਅਸਾਮ ਵਿੱਚ ਗਏ ਸਨ ਮਹਾਰਾਜ। ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਪਿਆ ਸੀ। ਅਸਾਮ ਨੂੰ ਜਾ ਹੀ ਰਹੇ ਸਨ ਕਿ ਬਾਅਦ ਵਿੱਚ ਸਾਹਿਬਜ਼ਾਦੇ ਦਾ ਪ੍ਰਕਾਸ਼ ਹੁੰਦਾ ਤੇ ਮਹਾਰਾਜ ਸਾਹਿਬ ਜੀ ਨੂੰ ਖਬਰ ਉੱਥੇ ਮਿਲਦੀ ਹੈ ਕਿ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਪ੍ਰਗਟ ਹੋਇਆ। 23 ਪੋਹ ਨੂੰ ਪੋਹ ਸੁਦੀ 7ਵੀਂ ਤੇ 1723 ਬਿਕਰਮੀ ਸੰਮਤ 1666 ਈਸਵੀ ਸਨ ਤੇ 22 ਦਸੰਬਰ ਦਾ ਦਿਨ ਸੀ ਜਦੋਂ ਕਲਗੀਧਰ ਪਾਤਸ਼ਾਹ ਜੀ ਪ੍ਰਗਟ ਹੋਏ। ਫਿਰ ਕੁਝ ਸਾਲ ਮਹਾਰਾਜ ਨਾਵੇਂ ਪਾਤਸ਼ਾਹ ਉੱਥੇ ਰਹਿੰਦੇ ਹਨ ਅਸਾਮ ਦੇ ਵਿੱਚ, ਢਾਕੇ ਵਿੱਚ। ਉਧਰੋਂ ਫਿਰ ਵਾਪਸ ਆਉਂਦੇ ਹਨ ਤੇ ਫਿਰ ਤਾਂ ਮਹਾਰਾਜ ਸਾਹਿਬ ਜੀ ਉਸ ਵੇਲੇ ਤਾਂ ਤੀਰ ਕਮਾਨ ਚਲਾਉਣ ਲੱਗ ਪਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਹਿਲਾ ਮਿਲਾਪ ਹੋਇਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਲੇਲ ਚਲਾਇਆ ਕਰਦੇ ਸਨ, ਤੀਰ ਕਮਾਨ ਚਲਾਇਆ ਕਰਦੇ ਸਨ, ਖੇਡਦੇ ਸਨ, ਕਈ ਕੋਜ ਕੌਤਕ ਕਰਦੇ ਸੀ। ਫਿਰ ਕੁਝ ਮਹੀਨੇ ਉੱਥੇ ਪਟਨਾ ਸਾਹਿਬ ਠਹਿਰ ਕਰਕੇ ਤਾਂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਅਸੀਂ ਹੁਣ ਆਨੰਦਪੁਰ ਸਾਹਿਬ ਜਾਵਾਂਗੇ। ਆਨੰਦਪੁਰ ਸਾਹਿਬ ਜਾ ਕਰਕੇ ਉੱਥੋਂ ਚਿੱਠੀ ਲਿਖਾਂਗੇ, ਪੱਤਰਕਾ ਲਿਖਾਂਗੇ ਤੇ ਤੁਸੀਂ ਫਿਰ ਸਾਰੇ ਪਰਿਵਾਰ ਨੇ ਆਨੰਦਪੁਰ ਸਾਹਿਬ ਆ ਜਾਣਾ। ਮਹਾਰਾਜ ਸਾਹਿਬ ਜੀ ਆਨੰਦਪੁਰ ਸਾਹਿਬ ਆਏ। ਇੱਥੇ ਆ ਕਰਕੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ। ਗਰੀਬ ਨਵਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਫਿਰ ਇੱਥੋਂ ਚਿੱਠੀ ਲਿਖ ਕਰਕੇ ਭੇਜੀ ਤੇ ਜਿਸ ਵਿੱਚ ਲਿਖਿਆ ਸੀ ਕਿ ਆਪ ਜੀ ਸਾਹਿਬਜ਼ਾਦੇ ਨੂੰ ਕਿ ਪਰਿਵਾਰ ਸਮੇਤ ਦੋਨਾਂ ਮਾਤਾਵਾਂ ਦੇ ਸਮੇਤ ਮਾਤਾ ਗੁਜਰੀ ਜੀ ਤੇ ਸਤਿਕਾਰਯੋਗ ਦਾਦੀ ਮਾਤਾ ਨਾਨਕੀ ਜੀ ਦੇ ਸਮੇਤ ਮਾਮਾ ਕਿਰਪਾਲ ਚੰਦ ਤੇ ਹੋਰ ਸਿੱਖਾਂ ਸੇਵਕਾਂ ਦੇ ਸਮੇਤ ਆਪ ਜੀ ਆਨੰਦਪੁਰ ਸਾਹਿਬ ਆ ਜਾਓ। ਤੇ ਨਾਲ ਇਹ ਲਿਖਿਆ ਸੀ ਚਿੱਠੀ ਦੇ ਵਿੱਚ ਵੀ ਕਾਹਲੀ ਨਹੀਂ ਕਰਨੀ, ਸਹਿਜੇ ਸਹਿਜੇ ਰਸਤੇ ਦੇ ਵਿੱਚ ਜੋ ਪਿੰਡਾਂ ਸ਼ਹਿਰਾਂ ਵਿੱਚ ਆਪਣੀਆਂ ਸੰਗਤਾਂ ਹਨ ਉਹਨਾਂ ਨੂੰ ਵੀ ਦਰਸ਼ਨ ਦੇ ਕਰਕੇ ਨਿਹਾਲ ਕਰਦੇ ਆਉਣਾ। ਚਿੱਠੀ ਪਹੁੰਚਦੀ ਹੈ ਤੇ ਮਹਾਰਾਜ ਸਾਹਿਬ ਜੀ ਫਿਰ ਸਹਿਜੇ ਸਹਿਜੇ ਆਨੰਦਪੁਰ ਸਾਹਿਬ ਤੋਂ ਪੜਾਅ ਦਰ ਪੜਾਅ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਤੇ ਗਰੀਬ ਨਵਾਜ ਸਾਹਿਬ ਆਨੰਦਪੁਰ ਸਾਹਿਬ ਆਉਂਦੇ ਹਨ। ਵਾਹਿਗੁਰੂ ਵਾਹਿਗੁਰੂ।